अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਸਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰੋ, ਅੱਜ ਆਪਾਂ ਗੰਦਮ ਦੇ ਖੇਤ ਵਿੱਚ ਮੌਜੂਦ ਹਾਂ ਤੇ ਗੰਦਮ ਦੀਆਂ ਕੀਮਤਾਂ ਦੇ ਬਾਰੇ ਗੱਲਬਾਤ ਕਰਾਂਗੇ। ਤੇ ਮੇਰੇ ਕਿਸਾਨ ਵੀਰ ਭਰਾਓ, ਜਿਸ ਤਰੀਕੇ ਅਸਾਂ ਕਿਤਾਬਾਂ ਦੇ ਵਿੱਚ ਪੜ੍ਹਿਆ ਹੈ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਮੁਇਸ਼ਤ ਹੈ ਜ਼ਰਾਤ ਉਹ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ, ਉਸ ਦੀ ਹਸੀਅਤ ਰੱਖਦੀ ਹੈ। ਲੇਕਿਨ ਜਿੰਨੀਆਂ ਵੀ ਸਾਡੀਆਂ ਹਕੂਮਤਾਂ ਆਈਆਂ ਨੇ ਉਹਨਾਂ ਜਨਾਬ ਇਹ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਦੀ ਬਜਾਏ ਇਸ ਨੂੰ ਤੋੜਿਆ ਹੈ, ਮਜ਼ਬੂਤ ਨਹੀਂ ਕੀਤਾ। ਉਹਦੀ ਮਿਸਾਲ ਕਦੀ ਕਿਸਾਨ ਖਾਦ ਦੀਆਂ ਲਾਈਨਾਂ ਵਿੱਚ ਲੱਗੇ ਹੁੰਦੇ ਨੇ, ਕਦੀ ਜਨਾਬ ਡੀਜ਼ਲ ਨਹੀਂ ਲੱਭ ਰਿਹਾ, ਪੈਟਰੋਲ ਪੰਪਾਂ 'ਤੇ ਲਾਈਨਾਂ ਵਿੱਚ ਲੱਗੇ ਹੁੰਦੇ ਨੇ, ਕਦੀ ਜਨਾਬ ਬਿਜਲੀ ਦੇ ਬਿੱਲ ਟਿਊਬਵੈੱਲਾਂ ਦੇ ਇੰਨੇ ਆ ਜਾਂਦੇ ਨੇ, ਉਹ ਕਦੇ ਦਫ਼ਤਰਾਂ ਦੀਆਂ ਲਾਈਨਾਂ ਵਿੱਚ ਲੱਗੇ ਹੁੰਦੇ ਨੇ, ਬਿੱਲ ਠੀਕ ਕਰਾਉਣ ਲੱਗਦੇ ਨੇ ਵੀ ਸਾਨੂੰ ਬਿੱਲ ਜਨਾਬ ਲੱਖ ਆ ਗਿਆ, 5 ਲੱਖ ਆ ਗਿਆ, ਕਦੀ ਉਹ ਠੀਕ ਕਰਾਉਂਦੇ ਫਿਰਦੇ ਨੇ। ਪਾਕਿਸਤਾਨੀ ਜਿਹੜਾ ਕਿਸਾਨ ਹੈ, ਯਕੀਨ ਮੰਨੋ ਉਹ ਹਮੇਸ਼ਾ ਪਿਸਦਾ ਹੀ ਰਿਹਾ ਹੈ। ਕਿਸਾਨ ਨੂੰ ਉਸ ਦੀ ਮਿਹਨਤ ਦਾ ਫਲ ਹਾਲੇ ਤੱਕ ਕਿਸੇ ਹਕੂਮਤ ਨੇ ਨਹੀਂ ਦਿੱਤਾ। ਜਿੰਨੀ ਕਿਸਾਨ ਮਿਹਨਤ ਕਰਦੇ ਨੇ, 24 ਘੰਟੇ ਮਿਹਨਤ ਕਰਦੇ ਨੇ, ਦਿਨ ਰਾਤ ਮਿਹਨਤ ਕਰਦੇ ਨੇ, ਤੇ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਸਿਲਾ ਨਹੀਂ ਮਿਲਦਾ ਪਿਆ। ਤੁਸੀਂ ਅੰਦਾਜ਼ਾ ਲਗਾਓ, ਸਾਡੇ ਗਵਾਂਢੀ ਮੁਲਕ ਉਹਨਾਂ ਆਪਣੀ ਜ਼ਰਾਤ ਦੇ ਵਿੱਚ ਬੇਤਾਸ਼ਾ ਜਿੱਦਤ ਲਿਆਂਦੀ ਹੈ। ਮੁਖਤਲਿਫ ਉਹਨਾਂ ਜਨਾਬ ਸੈਂਟਰ ਕਾਇਮ ਕੀਤੇ ਨੇ, ਰਿਸਰਚ ਸੈਂਟਰ, ਜਿੱਥੇ ਉਹਨਾਂ ਦੇ ਬੀਜ ਤਿਆਰ ਹੋ ਰਹੇ ਨੇ, ਸਬਜ਼ੀਆਂ ਦੇ, ਗੰਦਮ ਦੇ, ਹਰ ਬੀਜ ਉੱਥੇ ਤਿਆਰ ਹੋ ਰਿਹਾ ਹੈ। ਫਿਰ ਉਹਨਾਂ ਜਨਾਬ ਉੱਤੇ ਫੈਕਟਰੀਆਂ ਲਗਾਈਆਂ ਨੇ ਟਰੈਕਟਰਾਂ ਦੀਆਂ, ਉੱਥੇ 25-30 ਕੰਪਨੀ ਹੈਗੀ ਹੈ ਟਰੈਕਟਰਾਂ ਦੀ ਹਿੰਦੁਸਤਾਨ ਦੇ ਵਿੱਚ, ਜੋ ਆਪਣੇ ਕਿਸਾਨਾਂ ਨੂੰ ਸਸਤੇ ਟਰੈਕਟਰ ਦੇ ਰਹੇ ਨੇ, ਸਸਤੀਆਂ ਖਾਦਾਂ ਦੇ ਰਹੇ ਨੇ, ਸਸਤੀ ਹਰ ਉਹ ਚੀਜ਼ ਦੇ ਰਹੇ ਨੇ ਜੋ ਕਿਸਾਨ ਨੂੰ ਜ਼ਰੂਰਤ ਹੁੰਦੀ ਹੈ। ਤੇ ਸਾਡੇ ਪਾਸੇ ਪਾਕਿਸਤਾਨ ਦੇ ਵਿੱਚ 2 ਕੰਪਨੀਆਂ ਹੈਗੀਆਂ ਚੱਲਦੀਆਂ ਪਈਆਂ ਨੇ, ਇੱਕ ਨਿਊ ਹੋਲੈਂਡ ਹੈ, ਇੱਕ ਮੈਸੀ ਫਰਗੂਸਨ ਹੈ। ਇਹਨਾਂ ਤੋਂ ਇਲਾਵਾ ਕੋਈ ਤੀਸਰੀ ਚੌਥੀ ਕੰਪਨੀ ਨਜ਼ਰ ਨਹੀਂ ਆਉਂਦੀ। ਅਗਰ ਕੋਈ ਆਉਂਦੀ ਹੈ ਤੇ ਉਹ ਜਲਦੀ ख़त्म ਹੋ ਜਾਂਦੀ ਜਾਂ ਉਸ ਨੂੰ ख़त्म ਕਰ ਦਿੱਤਾ ਜਾਂਦਾ ਹੈ। ਤੇ ਟਰੈਕਟਰ ਲੈਣਾ ਪਾਕਿਸਤਾਨ ਦੇ ਵਿੱਚ ਨਵਾਂ ਇੱਕ ਖਾਬ ਬਣ ਗਿਆ ਹੈ। 23,87,000 ਦਾ 85 ਆਉਂਦਾ ਪਿਆ, ਜਿਹੜਾ ਪਿਛਲੇ ਸਾਲ 16 ਲੱਖ ਰੁਪਏ ਦਾ ਹੈਗਾ ਸੀ 17 ਦਾ। ਤੇ ਜ਼ੁਲਮ ਹੈ ਜਨਾਬ ਕਿਸਾਨ ਵੀਰਾਂ ਨਾਲ। ਤੇ ਬਾਕੀ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਨੇ, ਯਕੀਨ ਮੰਨੋ ਅਗਰ ਇਹਨਾਂ ਨੂੰ ਫੁੱਲ ਸਪੋਰਟ ਕੀਤਾ ਜਾਵੇ ਤੇ ਅਸੀਂ ਵੀ ਜਨਾਬ ਜਿੱਥੇ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਟੀਵੀ ਦੇ ਵਿੱਚ ਬਹਿ ਕੇ ਵੀ ਫਲਾਂ ਮੁਲਕ ਦੇ ਵਿੱਚ ਤੇ 100 ਮਣ ਉਗਾਈ ਗਈ ਹੈ ਕਣਕ ਕਿੱਲੇ 'ਚੋਂ, ਫਲਾਂ 'ਚ 120 ਮਣ ਉਗਾਈ ਗਈ ਹੈ। ਅਗਰ ਪਾਕਿਸਤਾਨੀ ਕਿਸਾਨ ਨੂੰ ਸਪੋਰਟ ਕੀਤਾ ਜਾਵੇ ਤੇ 100 ਮਣ ਤੇ 150 ਮਣ ਅਸੀਂ ਵੀ ਅਲਹਮਦੁਲਿਲਾ ਉਗਾ ਸਕਨੇ ਹਾਂ। ਲੇਕਿਨ ਅਫਸੋਸ ਪਾਕਿਸਤਾਨੀ ਕਿਸਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਉਹਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ ਜਾ ਰਹੀ। ਹੁਣ ਜਿੰਨੀਆਂ ਵੀ ਅਸੀਂ ਇਸ ਵਾਰੀ ਕਣਕ ਦੀ ਬਿਜਾਈ ਹੋਈ ਹੈ, DAP 14,000 ਸੀ, ਉਹ ਜਨਾਬ ਬਾਜ਼ ਦੋਸਤਾਂ ਨੇ ਲਗਾਈ ਹੈ ਥੱਲੇ ਬੋਰੀ, ਬਾਜ਼ ਨੇ ਅੱਧੀ ਲਗਾਈ ਹੈ, ਬਾਜ਼ ਨੇ ਵੈਸੇ ਹੀ ਲਗਾ ਦਿੱਤੀ ਹੈ। ਜਦੋਂ ਖਾਦ ਪੂਰੇ ਟਾਈਮ 'ਤੇ ਨਹੀਂ ਲਗਾਈ ਜਾਵੇਗੀ ਤੇ ਝਾੜ ਕਿੱਥੋਂ ਆਵੇਗਾ। ਉਸ ਤੋਂ ਇਲਾਵਾ ਜਿਹੜੀ ਰੇਟ ਹੈਗੇ ਨੇ, ਬੀਜਾਂ ਦੇ ਰੇਟ ਬਹੁਤ ਮਹਿੰਗੇ ਨੇ। ਖਾਦਾਂ ਯੂਰੀਆ ਖਾਦ 2600 ਤੋਂ 2700 ਦੀ ਚਲਦੀ ਪਈ ਹੈ ਮਾਰਕੀਟ ਵਿੱਚ, ਉਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ। ਜਦੋਂ ਸਾਡੀ ਕਣਕ ਉਤਰੇਗੀ ਉਸੇ ਜਨਾਬ ਵੱਡੇ ਅਫਸਰ ਆ ਜਾਸਣ ਜੀ ਸੈਂਟਰ ਤੋਂ ਉੱਠ ਕੇ, ਕਹਣਗੇ ਲੈ ਚਲੋ ਜੀ ਇਸ ਕਣਕ ਨੂੰ ਟਰਾਲਾ ਭਰ ਕੇ ਸੈਂਟਰ ਤੇ, ਅਗਰ ਨਾ ਲਿਜਾਓਗੇ ਤੁਹਾਡੇ ਖਿਲਾਫ FIR ਹੈ। ਤੇ ਉਹ ਜਿਹੜੇ ਖਾਦ ਮਾਫੀਆ ਹੈਗੇ ਨੇ ਉਹਨਾਂ ਦੇ ਖਿਲਾਫ FIR ਦੇਣ ਲੱਗੇ ਹੀ ਡਰਦੇ ਹੈਗੇ ਨੇ, ਕਿਉਂਕਿ ਉਹਨਾਂ ਦੀ ਯੂਨੀਅਨ ਹੈ। ਸਾਡੇ ਕਿਸਾਨਾਂ ਦੀ ਜਿਹੜੀ ਯੂਨੀਅਨ ਹੈ ਇਹ ਨਾ ਹੋਇਆਂ ਵਿੱਚੋਂ ਹੈ। ਅਗਰ ਸਾਡੀ ਵੀ ਕਿਸਾਨਾਂ ਦੀ ਯੂਨੀਅਨ ਹੁੰਦੀ, ਕਿਸਾਨ ਮੁਤਹਿਦ ਹੁੰਦੇ, ਇਹਨਾਂ ਦੀ ਜ਼ਰੂਰਤ ਨਹੀਂ ਸੀ ਵੀ ਸਾਡੇ ਹਰ ਸ਼ਹਿਰ ਦੇ ਵਿੱਚ 2600-2700 ਦੀ ਯੂਰੀਆ ਵੇਚਦਿਆਂ ਹੋਇਆਂ ਇਹ ਡਰਨ ਆਏ। ਲੇਕਿਨ ਅਫਸੋਸ ਨਾ ਤਾਂ ਹਕੂਮਤ ਉਹਨਾਂ ਨੂੰ ਪੁੱਛਦੀ ਹੈ ਤੇ ਨਾ ਉਹਨਾਂ ਮਾਫੀਆ ਜਿਹੜਾ ਹੈ ਸਟੋਰ ਕਰਦਾ ਹੈਗਾ ਹੈ, ਉਹਨਾਂ ਨੂੰ ਕਿਸੇ ਕਿਸਮ ਦਾ ਡਰ ਹੈ ਤੇ ਕੋਈ ਪੁੱਛਣ ਦੱਸਣ ਵਾਲਾ ਨਹੀਂ। ਤੇ ਅੱਜ ਦੀ ਜਿਹੜੀ ਗੱਲ ਕਰਨੀ ਸੀ ਦੋਸਤੋ, ਯਕੀਨ ਮੰਨੋ ਪਾਕਿਸਤਾਨ ਸਮਝਿਆ ਜਾਂਦਾ ਸੀ ਵੀ ਗੰਦਮ ਦੇ ਵਿੱਚ ਖੁਦ ਕਫੀਲ ਹੈ, ਤੇ ਹੁਣ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਜਦੋਂ ਦੀਆਂ ਮੈਂ ਅੱਜ ਖਬਰਾਂ ਸੁਣੀਆਂ ਨੇ ਵੀ ਪਾਕਿਸਤਾਨੀ ਹਕੂਮਤ ਰੂਸ ਤੋਂ 4.5 ਲੱਖ ਟਨ ਗੰਦਮ ਜਿਹੜੀ ਹੈ ਨਾ ਉੱਥੋਂ ਇੰਪੋਰਟ ਕਰੇਗੀ ਤੇ $372 ਦਾ ਇੱਕ ਟਨ। ਇੱਕ ਟਨ ਦੇ ਵਿੱਚ 25 ਮਣ ਹੁੰਦੇ ਜੇ। ਅਗਰ ਉਹਨੂੰ ਮਣਾਂ ਤੇ ਤਕਸੀਮ ਕਰੀਏ ਡਾਲਰ ਦੇ ਹਿਸਾਬ ਨਾਲ, ਤਾਂ ਪਾਕਿਸਤਾਨੀ ਅੱਜ ਗੂਗਲ ਤੇ ਅਗਰ ਅੱਜ ਦਾ ਡੇਟ ਵਿੱਚ ਸਰਚ ਕੀਤਾ $1 224 ਰੁਪਏ ਚੱਲਦਾ ਪਿਆ।
ਲੇਕਿਨ ਇਹ 224 'ਚ ਤੁਹਾਨੂੰ ਮਿਲਣਾ ਮਿਲਾਮਣਾ ਨਹੀਂ ਹੈਗਾ। ਮਾਰਕੀਟ 'ਚ ਜਾਓਗੇ ਤਾਂ 30-35 ਤੇ ਡਾਲਰ ਦਸਤਿਆਬ ਹੈ। ਤੇ ਦੋਸਤੋ 3333 ਰੁਪਏ ਦੇ ਹਿਸਾਬ ਨਾਲ ਅਗਰ ਇਹ ਕਣਕ ਦਾ ਮਣ ਲੈਂਦੇ ਨੇ, ਉਹਦੇ ਵਿੱਚ ਉੱਪਰ ਟੈਕਸ ਪਵਣਗੇ, ਕਿਰਾਇਆ ਪਵੇਗਾ, ਲੋਡਿੰਗ ਆਫਲੋਡਿੰਗ ਤੇ ਸੈਂਟਰਾਂ ਤੱਕ ਪਹੁੰਚਾਈ ਜਾਵੇਗੀ, ਉਸ ਤੋਂ ਬਾਅਦ ਫਿਰ ਮਿਲਾਂ ਤੱਕ ਜਾਵੇਗੀ। ਤੇ ਮੇਰੇ ਕਿਸਾਨ ਵੀਰ ਭਰਾਓ, ਇਹ ਤਕਰੀਬਨ ਪਾਕਿਸਤਾਨੀ ਆਵਾਮ ਨੂੰ, ਜਿਹੜਾ ਪਾਕਿਸਤਾਨੀ ਆਵਾਮ ਦਾ ਟੈਕਸ ਦਾ ਪੈਸਾ ਹੈ, ਜਿਹੜੇ ਡਾਲਰ ਨੇ, ਜਿਹਨੂੰ ਇਹ ਕਹਿੰਦੇ ਨੇ ਵੀ ਡਾਲਰਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਉਹ ਜਨਾਬ 5000 ਤਕਰੀਬਨ 5500 ਦਾ ਮਣ ਸਾਨੂੰ ਮਿਲੇਗਾ। 5000 ਤੋਂ 5500 ਦਾ ਮਣ ਬਾਹਰੋਂ ਮਿਲੇਗੀ ਕਣਕ। ਤੇ ਉਹਦਾ ਸਾਰਾ ਜਿਹੜਾ ਫਾਇਦਾ ਹੈ ਉਹ ਹੋਵੇਗਾ ਰੂਸ ਦੇ ਕਿਸਾਨਾਂ ਨੂੰ। ਤੇ ਜਿਹੜੇ ਸਾਡੇ ਕਿਸਾਨ ਹੈਗੇ ਨੇ ਵਿਚਾਰੇ, ਇਹਨਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਕਦੀ ਨਹੀਂ ਦੂਰ ਹੋਣੀ। ਕਿਉਂਕਿ ਪਰੇਸ਼ਾਨੀ ਕਿੱਥੋਂ ਦੂਰ ਹੋਵੇ, ਅਗਰ ਸਾਨੂੰ ਫਸਲ ਦਾ ਰੇਟ ਹੀ ਨਹੀਂ ਸਹੀ ਮਿਲਦਾ। ਅਗਰ ਉਹਨਾਂ ਨੂੰ ਦੇ ਸਕਦੇ ਨੇ 5500 ਜਾਂ 5000, ਤੇ ਆਪਣੇ ਕਿਸਾਨ ਨੂੰ 4000 ਜਾਂ 4500 ਇੱਕ ਮਣ ਦਾ ਕਿਉਂ ਨਹੀਂ ਦੇ ਸਕਦੇ? ਦੇ ਸਕਦੇ ਨੇ, ਲੇਕਿਨ ਇਹਨਾਂ ਦਾ ਇਰਾਦਾ ਨਹੀਂ ਹੈ। ਅਗਰ ਇਹਨਾਂ ਦਾ ਇਰਾਦਾ ਹੁੰਦਾ ਤਾਂ ਕਣਕ ਦੀ ਬਿਜਾਈ ਤੋਂ ਪਹਿਲੇ ਇਹ ਐਲਾਨ ਕਰਦੇ, ਭਾਈ ਅਸੀਂ ਆਪਣੇ ਪੰਜਾਬ ਦੇ ਕਿਸਾਨਾਂ ਤੋਂ 4000 4500 ਦੇ ਹਿਸਾਬ ਨਾਲ ਖਰੀਦਾਂਗੇ। ਇਸੇ ਤਰੀਕੇ ਸਿੰਧ ਵਾਲੇ ਕਰਦੇ, ਲੇਕਿਨ ਜੋ ਖਬਰਾਂ 'ਚ ਅਸਾਂ ਸੁਣਿਆ ਸੀ ਉਹ ਪੰਜਾਬ ਵਿੱਚ 3000 ਦਾ ਮਣ ਸੀ। ਅਗਲੀ ਇਹਨਾਂ ਜਿਹੜੀ ਖਰੀਦਦਾਰੀ ਕਰਨੀ ਹੈ ਤੇ ਸਿੰਧ ਵਾਲਿਆਂ 4000 ਕੀਤਾ ਹੈ। ਹੁਣ ਸਮਝ ਨਹੀਂ ਆ ਰਹੀ, ਇੱਕ ਹੀ ਮੁਲਕ ਹੈ, ਦੋ ਸੂਬੇ ਨੇ। ਪੰਜਾਬ ਸਾਡਾ ਬੜਾ ਸੂਬਾ ਹੈ, ਉੱਥੇ ਜਨਾਬ 4000 ਉਹਨਾਂ ਰੇਟ ਕੀਤਾ ਸੀ, ਇਹਨਾਂ 3000 ਕੀਤਾ ਹੈ। ਤੇ ਜਿਹੜੇ ਰੂਸ ਦੇ ਕਿਸਾਨ ਨੂੰ, ਉਹਨਾਂ ਨੂੰ ਇਹ ਜਨਾਬ 5000 ਤੇ 5500 ਦੇਣ ਵਾਸਤੇ ਰਾਜ਼ੀ ਹੋ ਗਏ ਨੇ। ਅਗਰ ਇਹ ਉਹ ਪੈਸਾ ਜਿਹੜੇ ਇਹਨਾਂ ਡਾਲਰ ਬਾਹਰ ਭੇਜਣੇ ਨੇ ਉਹਨਾਂ ਨੂੰ ਨਾ ਦਿੰਦੇ, ਆਪਣੇ ਕਿਸਾਨਾਂ ਤੇ ਇਨਵੈਸਟ ਕਰਦੇ, ਬਲਕਿ ਕਿਸਾਨਾਂ ਤੇ ਲਾਉਣ ਦੀ ਵੀ ਲੋੜ ਨਹੀਂ ਸੀ, ਸਿਰਫ ਇਹਨਾਂ ਐਲਾਨ ਕਰਨਾ ਸੀ, ਭਾਈ ਕਣਕ ਦਾ ਰੇਟ ਜਿਹੜਾ ਨਾ 5000 ਨੂੰ ਹੋ ਜਾਵੇਗਾ ਤੇ ਇਨਸ਼ਾਅੱਲਾ ਤਾਲਾ ਅਸੀਂ ਆਪਣੇ ਕਿਸਾਨ ਵੀਰਾਂ ਤੋਂ ਇਹ ਗੰਦਮ ਖਰੀਦਾਂਗੇ। ਤੇ ਮੇਰਾ ਖਿਆਲ ਹੈ ਜਿਹੜੇ ਤੁਸੀਂ ਡਾਲਰ ਰੂਸ ਵਾਲਿਆਂ ਨੂੰ ਦਿੱਤੇ ਨੇ ਜਾਂ ਦੇਣੇ ਹੈਗੇ ਨੇ ਜਾਂ ਮੁਆਹਦਾ ਤੁਸੀਂ ਕੀਤਾ ਹੈ, ਉਹ ਜਨਾਬ ਤੁਹਾਡੇ ਕੌਮੀ ਖਜ਼ਾਨੇ ਦੇ ਵਿੱਚ ਮਹਿਫੂਜ਼ ਰਹਿੰਦੇ। ਤੇ ਕਿਸਾਨ ਜਿਹੜੇ ਨੇ ਬਾਕੀ ਫਸਲਾਂ ਥੋੜ੍ਹੀਆਂ ਜਿਹੀਆਂ ਘੱਟ ਲਾਉਂਦੇ, ਕਣਕ ਤੇ ਜ਼ਿਆਦਾ ਤਵੱਜੋ ਦਿੰਦੇ, ਤੇ ਕਣਕ ਵਿੱਚ ਖੁਦ ਖਫੀਲ ਵੀ ਹੋ ਜਾਈ ਹੈ ਤੇ ਕਿਸਾਨ ਦੀ ਜਿਹੜੀ ਮੈਲ ਕੁਚੈਲ ਉਹ ਵੀ ਉਤਰ ਜਾਂਦੀ। ਲੇਕਿਨ ਹਕੂਮਤ ਦੇ ਇਰਾਦੇ ਪਾਕਿਸਤਾਨੀ ਕਿਸਾਨਾਂ ਨੂੰ ਤਕੜਾ ਕਰਨ ਦੇ ਨਹੀਂ ਹੈਗੇ, ਕਿਉਂਕਿ ਉਹਨਾਂ ਨੇ ਕਰਨਾ ਹੈ ਤਕੜਾ ਦੂਸਰੇ ਮੁਲਕ ਦੇ ਕਿਸਾਨਾਂ ਨੂੰ। ਤੇ ਅਫਸੋਸ ਆਉਂਦਾ ਦੋਸਤੋ, ਅਫਸੋਸ ਆਉਂਦਾ ਕਿਸਾਨ ਕਿਹੜੇ ਪਾਸੇ ਜਾਵੇ। ਤੇ ਜਿੰਨੀ ਦੇਰ ਕਿਸਾਨ ਵੀਰ ਮੁਤਹਿਦ ਨਹੀਂ ਹੋਣਗੇ, ਉਨੀ ਦੇਰ ਮੇਰਾ ਖਿਆਲ ਤਾਂ ਹੈ ਕਿ ਸਾਨੂੰ ਆਪਣੀ ਫਸਲਾਂ ਦਾ ਰੇਟ ਕਦੀ ਵੀ ਨਹੀਂ ਮਿਲੇਗਾ। ਤੇ ਹੁਣ ਤੁਹਾਨੂੰ ਸੋਚਣਾ ਪਵੇਗਾ, ਤੁਹਾਨੂੰ ਜਾਗਣਾ ਪਵੇਗਾ। ਜਿੰਨੀ ਦੇਰ ਕਿਸਾਨ ਨਾ ਜਾਗਣਗੇ ਉਨੀ ਦੇਰ ਇਹ ਜਿਹੜੇ ਪਾਕਿਸਤਾਨੀ ਡਾਲਰ ਹੈਗੇ ਨਾ, ਜਿਹੜੇ ਬਾਰ-ਬਾਰ ਕਹਿੰਦੇ ਨੇ ਅਸੀਂ ਹੁਣ ਗੱਡੀਆਂ ਵੀ ਬੰਦ ਕਰ ਦਿੱਤੀਆਂ ਨੇ, ਅਸੀਂ ਫਲਾਣੇ ਵੀ ਬਾਹਰੋਂ ਇੰਪੋਰਟ ਬੰਦ ਕਰ ਦਿੱਤੀ ਹੈ, ਹੁਣ ਮੋਬਾਈਲ ਅਸੀਂ ਬਾਹਰੋਂ ਨਹੀਂ ਲੈਣ ਲੱਗੇ ਹਾਂ, ਕਾਰਾਂ ਨਹੀਂ ਲੈਣ ਲੱਗੀਆਂ ਵੀ ਸਾਡੇ ਡਾਲਰ ਬਾਹਰ ਜਾਂਦੇ ਨੇ। ਤੇ ਭਾਈ ਹੁਣ ਤੁਸੀਂ 4.5 ਲੱਖ ਟਨ ਜਿਹੜੀ ਕਣਕ ਸਦਾਂ ਦੇ ਪੈ ਜੇ, ਉਹ ਡਾਲਰਾਂ ਨਾਲ ਹੀ ਲਓਗੇ ਜਾਂ ਤੁਸੀਂ ਉਹਨਾਂ ਨੂੰ ਕੋਈ ਹੋਰ ਸ਼ਾਇਦ ਦੇਵੋਗੇ? ਮੇਰਾ ਖਿਆਲ ਹੋਰ ਕੋਈ ਸ਼ਾਇਦ ਤੁਹਾਡੇ ਕੋਲ ਇਹੀ ਐਸੀ ਚੀਜ਼ ਨਹੀਂ ਜਿਹੜੀ ਤੁਸੀਂ ਉਹ ਦੇ ਕੇ, ਤੇਲ ਤੁਹਾਡੇ ਕੋਲ ਹੁੰਦਾ, ਗੈਸ ਹੁੰਦੀ ਵੀ ਇਹ ਤੁਸੀਂ ਦਿਓਗੇ ਤੇ ਕਣਕ ਲਓਗੇ, ਉਹ ਤਾਂ ਗੱਲ ਕੋਈ ਨਹੀਂ। ਅੱਲਾ ਦੇ ਬੰਦੇ ਹੋ, ਸਾਡੇ ਕਿਸਾਨਾਂ ਨੂੰ ਕਿਉਂ ਤੁਸੀਂ ਤਬਾਹ ਬਰਬਾਦ ਕੀਤੀ ਜਾਂਦੇ ਹੋ? ਤੇ ਕੁਝ ਸੋਚੋ। ਇਹ ਜਿਹੜੀ ਮਈਸ਼ਤ ਦੀ ਰੀੜ੍ਹ ਦੀ ਹੱਡੀ ਸੀ, ਇਹਨਾਂ ਨੂੰ ਤਕੜਾ ਕਰਨ ਦੀ ਬਜਾਏ ਮੇਰਾ ਖਿਆਲ ਹੈ ਵੀ ਤੁਸੀਂ ਖਤਮ ਹੀ ਕਰ ਦਿੱਤਾ ਹੈ। ਤੇ ਕਿਸਾਨ ਦਾ ਹਾਲ ਮਾੜਾ ਹੈ। 2700 ਦੀ ਯੂਰੀਆ ਹੈ ਤੇ DAP ਹੁਣ ਜਦੋਂ ਲੱਗ ਗਈ ਹੈ ਤਾਂ ਮਾਰਕੀਟ 'ਚ 9000 ਦੀ ਹੋਈ ਪਈ ਹੈ। ਹੁਣ DAP ਨੂੰ ਕਿੱਥੋਂ ਕਿਸਾਨ ਲਵੇ? ਅਫਸੋਸ, ਦੂਰ ਅਫਸੋਸ, ਮੈਂ ਨਾ ਅਫਸੋਸਦਾਰ ਅਫਸੋਸ, ਕਿਸਾਨ ਕਿਹੜੇ ਪਾਸੇ ਜਾਵੇ? ਤੇ ਉਮੀਦ ਕਰਨਾ ਵੀ ਜਿੰਨੇ ਵੀ ਸਾਡੇ ਅਸੈਂਬਲੀਆਂ 'ਚ ਕਿਸਾਨ ਵੀਰ ਬੈਠੇ ਹੈਗੇ ਨੇ, MNP ਨੇ, ਕੋਈ ਖੁਦਾ ਦਾ ਨਾਂ ਜੇ, ਤੁਸੀਂ ਵੀ ਆਪਣਾ ਫਰਜ਼ ਤੇ ਅਦਾ ਕਰ ਲਿਆ ਕਰੋ। ਤੁਹਾਨੂੰ ਤਾਂ ਸਾਰਾ ਪਤਾ ਹੈ ਵੀ ਜਿਹੜੀ ਕਣਕ ਹੈ ਕਿੰਨਾ ਖਰਚਾ ਇਸ 'ਤੇ ਆਉਂਦਾ ਹੈ। ਹੁਣ ਜ਼ਮੀਨਾਂ ਦੇ ਠੇਕੇ ਕਿੰਨੇ ਚੱਲਦੇ ਪਏ ਨੇ, ਤੇ ਜ਼ਮੀਨਾਂ ਦੇ ਠੇਕੇ ਵੀ ਅਖੀਰ ਹੋ ਗਏ ਨੇ। ਜਿੰਨੇ ਵੀ ਜਗੀਰਦਾਰ ਹੈਗੇ ਨੇ ਉਹਨਾਂ ਜਨਾਬ ਨੇ ਆਪਣੀਆਂ ਜ਼ਮੀਨਾਂ ਦਾ ਜਿਹੜਾ ਠੇਕਾ ਹੈ ਤਕਰੀਬਨ 1.5 ਲੱਖ ਤੋਂ ਲੈ ਕੇ 2 ਲੱਖ ਦਾ ਐਲਾਨ ਕਰ ਦਿੱਤਾ ਹੈ। ਹੁਣ ਜਿਹੜਾ ਛੋਟਾ ਜ਼ਮੀਂਦਾਰ ਹੈ, ਜਿਹੜਾ ਵਿਚਾਰਾ 10 ਕਿੱਲੇ 5 ਕਿੱਲੇ ਲੈ ਕੇ ਜ਼ਮੀਂਦਾਰਾ ਕਰਦਾ ਸੀ, ਉਹਦੇ ਕੋਲੋਂ ਤਾਂ ਹੁਣ ਮੇਰਾ ਖਿਆਲ ਹੈ ਵੀ ਜ਼ਮੀਨ 5-10 ਕਿੱਲੇ ਲਈ ਨਹੀਂ ਜਾਣੀ, ਕਿਉਂਕਿ ਅਗਰ 5 ਕਿੱਲੇ ਲੈਂਦਾ ਹੈ ਤਾਂ 10 ਲੱਖ ਦੇਣਾ ਪੈਂਦਾ, ਜਾਂ 10 ਲੈਂਦਾ ਤਾਂ 20 ਲੱਖ ਦੇਣਾ ਪੈਂਦਾ ਹੈ। ਤੇ ਇਸ ਮਹਿੰਗਾਈ ਵਿੱਚੋਂ ਕਿੱਥੋਂ ਠੇਕਾ ਭਰੇਗਾ? ਕਿੱਥੋਂ ਜਨਾਬ ਜਿਹੜੀ ਵੀ ਫਸਲ ਲਗਾਵੇਗਾ ਉਹਦੇ ਉੱਪਰ ਜਿੰਨਾ ਖਰਚਾ ਉਹ ਕਿੱਥੋਂ ਲਿਆਵੇਗਾ? ਆਪਣੀ ਜਿਹੜੀ ਜ਼ਰੂਰਤਾਂ ਹੈਗੀਆਂ ਉਹ ਕਿੱਥੋਂ ਪੂਰੀਆਂ ਕਰੇਗਾ? ਜਿਸ ਤਰੀਕੇ ਹਰ ਜ਼ਰੂਰਤ ਹੈ ਕਿਸਾਨ ਨੂੰ, ਉਹਨਾਂ ਜਨਾਬ ਬੱਚਿਆਂ ਦੀ ਫੀਸ ਅਦਾ ਕਰਨੀ ਹੈ, ਉਹਨਾਂ ਜਨਾਬ ਸੱਜੇ ਖੱਬੇ ਜਾਣਾ ਆਉਣਾ ਹੁੰਦਾ ਹੈ। ਹਰ ਜ਼ਰੂਰਤ ਜਿਹੜੀ ਕਿਸਾਨ ਦੀ ਵਾਬਸਤਾ ਹੈ ਜ਼ਰਾਤ ਨਾਲ। ਜਿੰਨੀ ਦੇਰ ਕਿਸਾਨ ਕਮਜ਼ੋਰ ਰਹੇਗਾ, ਪਾਕਿਸਤਾਨ ਉਮੀਦ ਹੈ ਵੀ ਤਰੱਕੀ ਨਹੀਂ ਕਰ ਸਕਦਾ, ਇਹ ਗਰੰਟੀ ਹੈ।
ਅਗਰ ਕਿਸਾਨ ਤਕੜਾ ਹੋਵੇਗਾ, ਕਿਸਾਨ ਕੋਲ ਪੈਸਾ ਆਵੇਗਾ, ਇਹ ਪੈਸਾ ਜਨਾਬ ਮੁਲਕ ਵਿੱਚ ਟੁਰੇਗਾ। ਇਹ ਕਿਸਾਨ ਫਿਰ ਸ਼ਹਿਰ ਵੀ ਜਾਵੇਗਾ, ਕੋਈ ਮੋਟਰਸਾਈਕਲ ਲਵੇਗਾ, ਕੋਈ ਕਾਰ ਲਵੇਗਾ, ਕੋਈ ਕੱਪੜੇ ਲਵੇਗਾ, ਕੋਈ ਜੁੱਤੀਆਂ ਲਵੇਗਾ, ਕੋਈ ਜਨਾਬ ਖਰੀਦਦਾਰੀ ਕਰੇਗਾ, ਹਰ ਤਰ੍ਹਾਂ ਦੀ ਖਰੀਦਦਾਰੀ ਹੋਵੇਗੀ। ਲੇਕਿਨ ਹੁਣ ਜਿਹਨੂੰ ਪੁੱਛਨੇ ਉਹ ਕਹਿੰਦੇ ਨੇ ਭਾਈ ਬਸ ਗੁਜ਼ਾਰਾ ਹੀ ਹੁੰਦਾ ਪਿਆ ਹੈ। ਸਫੇਦ ਪੋਸ਼ੀ ਜਿਹੜੀ ਹੈ ਨਾ ਉਹ ਹੀ ਲੁਕਾਉਂਦੇ ਪਏ ਨੇ ਆਪਣੇ ਆਪ ਨੂੰ। ਬਾਕੀ ਕਿਸਾਨਾਂ ਦੇ ਪੱਲੇ ਕੁਛ ਨਹੀਂ ਹੈਗਾ। ਤੇ ਉਮੀਦ ਕਰਨਾ ਮੇਰੇ ਕਿਸਾਨ ਵੀਰ ਵੀ ਮੁਤਹਿਦ ਹੋਣਗੇ ਤੇ ਆਪਣਾ ਜਿਹੜਾ ਹੈ ਉਹਨਾਂ ਤੇ ਜਿਹੜੇ ਜ਼ੁਲਮ ਸਿਤਮ ਹੋ ਰਹੇ ਨੇ, ਕਿਸਾਨਾਂ ਦੇ ਹੱਕ ਹਕੂਕ ਨਹੀਂ ਮਿਲ ਰਹੇ, ਇਹਨਾਂ ਵਾਸਤੇ ਸਾਨੂੰ ਮੁਤਹਿਦ ਹੋਣਾ ਪਵੇਗਾ। ਫਿਰ ਹੀ ਤੁਹਾਨੂੰ ਹੱਕ ਹਕੂਕ ਮਿਲ ਸਕਦੇ ਨੇ, ਵਰਨਾ ਨਹੀਂ। ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।